ਇਹ ਗ੍ਰੰਥ ਹੈ ਸ਼੍ਰੀਮਦ ਭਾਗਵਤ ਗੀਤਾ। ਪੰਜਾਬੀ ਦੇ ਵਿੱਚ ਉਹਨੂੰ ਕਹਿ ਲੈਂਦੇ ਆਪਾਂ ਵੀ ਭਗਵਾਨ ਕ੍ਰਿਸ਼ਨ ਦੀ ਬਾਣੀ ਹੈ ਭਾਗਵਤ ਗੀਤਾ। ਗੀਤਾ ਦੇ ਵਿੱਚ ਜੋ ਮੈਂ ਪੜ੍ਹ ਰਿਹਾ ਸੀ, ਕ੍ਰਿਸ਼ਨ ਭਗਵਾਨ ਜੀ ਨੇ ਆਪਣੇ ਬੜੇ ਪਿਆਰੇ ਸ਼ਿਸ਼ ਸ਼੍ਰੀ ਅਰਜੁਨ ਨੂੰ, ਜਾਣੀ ਕਿ ਅਰਜੁਨ ਜੋ ਹੈ ਉਹ ਕ੍ਰਿਸ਼ਨ ਭਗਵਾਨ ਜੀ ਦਾ ਇੱਕ ਸ਼ਿਸ਼ਯ ਵੀ ਹੈ ਔਰ ਦੂਜਾ ਮਿੱਤਰ ਵੀ ਹੈ। ਹੁਣ ਤੁਸੀਂ ਹੈਰਾਨ ਹੋਵੋਗੇ, ਇੱਕ ਸ਼ਿਸ਼ ਦੋ ਰਿਸ਼ਤੇ ਕਿਵੇਂ ਰੱਖ ਸਕਦਾ? ਕ੍ਰਿਸ਼ਨ ਭਗਵਾਨ ਜੀ ਦਾ ਮਿੱਤਰ ਹੈ ਅਰਜੁਨ ਔਰ ਦੂਸਰਾ ਸਭ ਤੋਂ ਪਿਆਰਾ ਭਗਤ ਹੈ ਉਹ ਜੋ ਮਦ ਭਾਗਵਤ ਗ੍ਰੰਥ ਜਾਂ ਗੀਤਾ, ਉਹਦਾ ਸਾਰ, ਉਹਦੀ ਰਚਨਾ ਆਪਣੇ ਹਰਿਆਣੇ ਦੇ ਵਿੱਚ ਕੁਰੂਕਸ਼ੇਤਰ ਜ਼ਿਲ੍ਹੇ ਦੇ ਵਿੱਚ ਸੰਗਤ ਜੀ ਜੋਤੀਸਰ ਹੋਈ, ਕੋਈ ਦੂਰ ਨਹੀਂ ਹੋਈ। ਕ੍ਰਿਸ਼ਨ ਭਗਵਾਨ ਨੇ ਆਪਣੇ ਭਗਤ ਨੂੰ, ਆਪਣੇ ਅਰਜੁਨ ਮਿੱਤਰ ਨੂੰ, ਅਨੰਨ ਪਿਆਰੇ ਸੇਵਕ ਸ਼ਿਸ਼ਯ ਨੂੰ ਜਦੋਂ ਗੀਤਾ ਦਾ ਗਿਆਨ ਅਹਿਸਾਸ ਕਰਾਇਆ, ਉਹ ਧਰਤੀ ਹੈ ਕੁਰੂਕਸ਼ੇਤਰ ਦੀ, ਉਸ ਧਰਤੀ 'ਚ ਆਪਾਂ ਰਹਿ ਰਹੇ ਹਾਂ, ਉਹ ਹੈ ਜੋਤੀਸਰ। ਅਤੇ ਸੰਗਤ ਜੀ ਸਾਰੇ ਤੁਸੀਂ ਜਾਣੂ ਹੋ, ਉਹ ਪੜ੍ਹਦਿਆਂ ਬੜਾ ਮਨ ਵਿੱਚ ਵਿਰਾਗ ਆਇਆ। ਕ੍ਰਿਸ਼ਨ ਭਗਵਾਨ ਦੇ ਬਚਨ ਬੜੇ ਅਮੋਲਕ ਨੇ, ਉਹ ਮੈਂ ਆਪ ਸੰਗਤਾਂ ਨਾਲ ਸਾਂਝੇ ਕਰਾਂ। ਕਹਿੰਦੇ ਕਿ ਭਗਵਤ ਦਾ ਮਤਲਬ ਹੈ ਭਗਤ ਲਈ। ਮਦ ਭਗਵਤ ਗੀਤਾ, ਭਗਵਤ ਜੋ ਹੈ ਉਹ ਗੀਤਾ ਦਾ ਜਿਹੜਾ ਮੂਲ ਸਾਰ ਹੈ ਉਹ ਹੈ ਭਗਤ ਲਈ, ਭਗਤਾਂ ਲਈ, ਭਗਤੀ ਕਰਨ ਵਾਲਿਆਂ ਲਈ, ਪ੍ਰੇਮ ਵਾਲਿਆਂ ਲਈ। ਉਹਨਾਂ ਲਈ ਉਹ ਗੀਤਾ ਇੱਕ ਪ੍ਰੇਮ ਭਗਤੀ 'ਚ ਡੁੱਬਣ ਲਈ ਹੈ, ਦੂਸਰਾ ਸੰਸਾਰੀਆਂ ਲੋਕਾਂ ਲਈ। ਦੋ ਹੀ ਗੱਲਾਂ ਨੇ ਗੀਤਾ, ਇੱਕ ਸੰਸਾਰ ਦੇ ਮਨੁੱਖਤਾ ਦੀ ਗੱਲ ਕੀਤੀ ਭਗਵਾਨ ਨੇ, ਦੂਜੀ ਆਪਣੇ ਭਗਤਾਂ ਨੂੰ ਉਪਦੇਸ਼ ਦਿੱਤਾ, ਭਗਤੀ ਦੇ ਵਿੱਚ ਲੀਨ ਅਤੇ ਡੁੱਬਣ ਦਾ ਇੱਕ ਰਹੱਸਿਆ, ਇੱਕ ਮਾਰਗ ਦੱਸਿਆ। ਮਦ ਭਾਗਵਤ ਦੇ ਵਿੱਚ, ਉਸ ਭਾਗਵਤ ਗੀਤਾ ਦੇ ਵਿੱਚ ਕ੍ਰਿਸ਼ਨ ਭਗਵਾਨ ਬਚਨ ਕਰਦੇ ਨੇ ਕਿ ਇਹ ਅਰਜੁਨ ਜਦੋਂ ਡੋਲ ਜਾਂਦਾ, ਚਾਹੇ ਉਹ ਪਰਮ ਮਿੱਤਰ ਹੈ, ਪਰਮ ਸ਼ਿਸ਼ਯ ਹੈ, ਜ਼ਿੰਦਗੀ ਦੇ ਵਿੱਚ ਸ਼ਿਸ਼ ਉਹ ਹੁੰਦਾ ਜਿਹੜਾ ਆਪਣੇ ਗੁਰੂ ਦਾ, ਆਪਣੇ ਮੁਰਸ਼ਿਦ ਦਾ ਹਰ ਬਚਨ ਸਤ ਕਰਕੇ ਮੰਨੇ, ਚਾਹੇ ਉਹ ਉਹਦੇ ਹੱਕ 'ਚ ਹੈ ਚਾਹੇ ਨਹੀਂ। ਪਰ ਜਿਹਨੇ ਮੰਨਿਆ, ਗੁਰਬਾਣੀ ਕਹਿੰਦੀ ਜੇ ਕੋ ਬਚਨ ਕਮਾਵੇ ਸੰਤਨ ਕਹਿ ਸੋ ਗੁਰ ਪ੍ਰਸਾਦੀ ਤਰੀਆ। ਅਸਲ ਜੇ ਬਚਨ ਨਹੀਂ ਕਮਾਣਾ ਤਾਂ ਸ਼ਿਸ਼ ਨਹੀਂ ਹੈ। ਮੈਂ ਅੱਗੇ ਵੀ ਆਪਣੀ ਗੱਲ ਕਹੀ ਸੀ ਕਿ ਲੱਖਾਂ ਦੇ ਵਿੱਚ ਇੱਕ ਸ਼ਿਸ਼ ਹੁੰਦਾ ਹੈ, ਭਗਤ ਹੁੰਦਾ ਹੈ, ਕਰੋੜਾਂ 'ਚ ਇੱਕ ਬ੍ਰਹਮ ਗਿਆਨੀ ਸੰਤ ਹੁੰਦਾ। ਪਰਮੇਸ਼ਵਰ ਦੇ ਜਿਹੜੇ ਭਗਤ ਨੇ, ਕ੍ਰਿਸ਼ਨ ਭਗਵਾਨ ਜੀ ਕਹਿੰਦੇ ਨੇ 5 ਪ੍ਰਕਾਰ ਦੇ ਨੇ। ਪਹਿਲੇ ਹੈ ਕਿ ਚੁੱਪ ਰਹਿ, ਬਹੁਤ ਚੁੱਪ ਰਹਿਣਾ, ਬਹੁਤ ਸ਼ਾਂਤ ਰਹਿਣਾ, ਗੰਭੀਰ ਰਹਿਣਾ, ਵਿਰਾਗ 'ਚ ਰਹਿਣਾ। ਐਸੇ ਭਗਤ ਨੇ ਵੀ ਬਹੁਤ ਸ਼ਾਂਤ, ਸਾਇਲੈਂਟ ਰਹਿੰਦੇ ਨੇ, ਕੋਈ ਜਿੰਨਾ ਮਰਜ਼ੀ ਬੁਲਾਈ ਜਾ ਬੋਲਦੇ ਹੀ ਨਹੀਂ, ਉਹ ਭਗਤ। ਦੂਸਰਾ ਸੇਵਾ ਕਰਕੇ, ਸੇਵਾ ਬੇਅੰਤ ਕਰਕੇ, ਜੋੜੇ ਝਾੜ ਲੈ, ਸੇਵਾਵਾਂ ਬੜੀਆਂ ਨੇ ਗੁਰੂ ਘਰ, ਸੇਵਾ ਕਰ ਲਈ, ਉਹ ਵੀ ਭਗਤ ਹੈ। ਤੀਸਰਾ ਹੈ ਕਿ ਸੰਗਤ ਜੀ ਹਰ ਵਕਤ ਪਰਮਾਤਮਾ ਦੀ ਜਾਤ ਜੁੜੇ ਰਹਿਣਾ, ਹਰ ਵਕਤ ਪਰਮਾਤਮਾ ਦਾ ਸਿਮਰਨ ਕਰਨਾ, ਹਰ ਵਕਤ ਪਰਮਾਤਮਾ ਦਾ ਸ਼ੁਕਰਾਨਾ ਕਰਨਾ, ਕੋਈ ਵੀ ਕਾਰਜ ਕਰਨਾ ਆਪਣੇ ਇਸ਼ਟ ਨੂੰ ਮੁੱਖ ਰੱਖ ਕੇ ਕਰਨਾ ਹੈ। ਅਤੇ ਚੌਥਾ ਸੰਗਤ ਜੀ ਐਸੇ ਵੀ ਮਨੁੱਖ ਨੇ ਜਗਤ ਜੋ ਸੰਸਾਰ ਦਾ ਮੋਹ ਮਾਇਆ ਛੱਡ ਕੇ, ਸੰਸਾਰ ਤੋਂ ਉਪਰਾਮ ਹੋ ਕੇ, ਸੰਸਾਰ ਨੂੰ ਨਾਸ਼ਵੰਤ ਜਾਣ ਕੇ ਭਗਤੀ ਕਰਦੇ ਨੇ। ਪੰਜਵਾਂ ਕਿ ਸੰਗਤ ਜੀ ਉਹ ਹੈ ਪ੍ਰੇਮ। ਚਾਹੇ ਉਹ ਇਸਤਰੀ ਪੁਰਸ਼ ਹੈ, ਚਾਹੇ ਉਹ ਛੋਟਾ ਵੱਡਾ ਹੈ, ਚਾਹੇ ਕੋਈ ਹੈ, ਪ੍ਰੇਮ ਭਗਤੀ ਹੈ
ਉਹ ਆਪਣੇ ਇਸ਼ਟ ਨੂੰ ਪ੍ਰੇਮ ਨਾਲ ਪੂਜ ਸਕਦਾ ਹੈ, ਮਾਤਾ ਪਿਤਾ ਦੇ ਸਵਰੂਪ ਪੂਜ ਸਕਦਾ, ਮਿੱਤਰ ਦੇ ਸਵਰੂਪ ਪੂਜ ਸਕਦਾ ਹੈ, ਇੱਕ ਆਪਣੇ ਪਿਆਰੇ ਨੂੰ ਕਿਸੇ ਵੀ ਰੂਪ। ਪ੍ਰੇਮ ਦੇ ਵਿੱਚ ਸਭ ਕੁਝ ਆ ਜਾਂਦਾ ਹੈ, ਪਤੀ ਵੀ ਆ ਜਾਂਦਾ, ਭਰਾ ਵੀ ਆ ਜਾਂਦਾ, ਮਿੱਤਰ ਵੀ ਆ ਜਾਂਦਾ, ਸਭ ਕੁਝ ਪ੍ਰੇਮ ਭਗਤੀ ਹੈ। ਉਸ ਪ੍ਰੇਮ ਭਗਤੀ 'ਚ ਮੀਰਾ ਜੀ ਨੇ ਕ੍ਰਿਸ਼ਨ ਦੀ ਬੜੀ ਭਗਤੀ ਕੀਤੀ ਹੈ। ਇਸੇ ਪ੍ਰਕਾਰ 5 ਤਰ੍ਹਾਂ ਦੇ ਭਗਤ ਨੇ। ਆਪਾਂ ਮਿੱਤਰ ਦਾ ਰੂਪ ਵੀ ਦੇ ਸਕਦੇ ਹਾਂ, ਪਰਮਾਤਮਾ ਨੂੰ ਪਤੀ ਪਰਮੇਸ਼ਵਰ ਦਾ ਵੀ ਦੇ ਸਕਦੇ ਹਾਂ। ਉਹ ਚੁੱਪ ਕਰਕੇ ਭਗਤੀ ਕਰਨ ਵਾਲੇ ਭਗਤ ਨੇ, ਮੌਨ ਵਰਤ ਰੱਖਣ ਵਾਲੇ ਵੀ ਨੇ। ਸੰਗਤ ਜੀ, ਇੱਕ ਪਰਮਾਤਮਾ ਨੂੰ ਜੀਵਨ ਸਮਰਪਣ ਕਰਨ ਵਾਲੇ ਵੀ ਨੇ, ਸੇਵਾ ਕਰਨ ਵਾਲੇ ਵੀ ਨੇ, ਅਨੇਕ ਤਰ੍ਹਾਂ ਦੇ ਸਰੀਰ ਨੇ। 5 ਪ੍ਰਕਾਰ ਦੇ ਭਗਤ ਹੋਏ, ਪਰ ਸਭ ਤੋਂ ਸ਼੍ਰੇਸ਼ਟ ਭਗਤੀ ਹੈ ਪ੍ਰੇਮ ਭਗਤੀ। ਔਰ ਪ੍ਰੇਮ ਭਗਤੀ ਹੁਣ ਤੁਸੀਂ ਆਪਣੇ ਦਿਲਾਂ 'ਤੇ ਹੱਥ ਰੱਖ ਕੇ ਦੇਖੋ, ਸਾਡੇ ਕੋਲ ਪ੍ਰੇਮ ਭਗਤੀ ਹੈ? ਬਹੁਤ ਘੱਟ ਲੋਕ ਨੇ ਜਿਨ੍ਹਾਂ ਕੋਲ ਪ੍ਰੇਮ ਭਗਤੀ ਹੈ। ਸਾਰੇ ਕੀ ਲਈ ਫਿਰਦੇ ਨੇ? ਵਾਸਨਾਵਾਂ। ਕੀ ਲਈ ਫਿਰਦੇ ਨੇ? ਤ੍ਰਿਸ਼ਨਾਵਾਂ। ਕੀ ਲਈ ਫਿਰਦੇ ਨੇ? ਕ੍ਰੋਧ, ਹੰਕਾਰ। ਹੁਣ ਸਭ ਤੋਂ ਪਿਆਰੀ ਗੱਲ ਜਿਹੜੀ ਮੈਨੂੰ ਕ੍ਰਿਸ਼ਨ ਭਗਵਾਨ ਦੀ ਲੱਗਦੀ ਹੈ, ਉਹਨਾਂ ਨੇ 5 ਘੋੜੇ ਰੱਖੇ ਸੀ। ਜਦੋਂ ਵੀ ਉਹ ਆਪਣੇ ਰੱਥ ਸਵਾਰੀ ਕਰਦੇ ਸੀ, ਉਹਨਾਂ ਦੇ ਘੋੜੇ ਸਨ 5 ਘੋੜਿਆਂ ਦਾ ਅਰਥ ਭਾਵ ਇਹ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਔਰ ਉਹਨਾਂ ਦਾ 5 ਘੋੜੇ ਰੱਖ ਕੇ ਲੋਕਾਂ ਨੂੰ ਉਪਦੇਸ਼ ਦੇਣ ਦਾ ਕਾਰਨ ਇਹ ਸੀ, ਅਵਤਾਰੀ ਪੁਰਖ ਕਿਸੇ ਨੂੰ ਸਮਝਾਉਣਾ ਕਰਦੇ ਸੀ, ਪ੍ਰੈਕਟੀਕਲ ਕਰਦੇ ਸੀ, ਲੋਕਾਂ ਦੇ ਦਿਮਾਗ ਵਿੱਚ ਆ ਸਕੇ। ਪਰੰਤੂ ਅੱਜ ਸਾਡੀ ਬੁੱਧੀ, ਸਾਡਾ ਬਲ ਬੜਾ ਕਮਜ਼ੋਰ ਹੈ, ਬੁੱਧੀ ਬੜੀ ਮੋਟੀ ਹੋ ਚੁੱਕੀ ਹੈ, ਸਮਝਣ ਬੜੀ ਦੇਰ ਲੱਗਦੀ ਹੈ। ਉਹ ਜਦ ਤੱਕ ਸਾਨੂੰ ਸਮਝ ਆਉਂਦੀ ਤਦ ਤੱਕ ਵਕਤ ਬੀਤ ਗਿਆ ਹੁੰਦਾ ਹੈ। ਜਦੋਂ ਸਾਨੂੰ ਸਮਝ ਆਉਣ ਲੱਗਦੀ ਹੈ, ਰਸ ਆਉਣ ਲੱਗਦਾ ਹੈ, ਸਾਨੂੰ ਫਕੀਰ ਦੀ, ਰੱਬ ਦੀ, ਗੁਣਾਂ ਦੀ ਸਾਂਝ ਆਉਣ ਲੱਗਦੀ, ਉਹ ਵਕਤ ਚਲੇ ਜਾਂਦਾ ਹੈ। ਜਦੋਂ ਵਕਤ ਚਲੇ ਜਾਂਦਾ ਹੈ, ਸਿਆਣੇ ਕਹਿੰਦੇ ਅਬ ਪਛਤਾਏ ਤੋਂ ਕਿਆ ਹੁਆ ਜਬ ਚਿੜੀਆਂ ਚੁਗ ਗਈ। ਫਿਰ ਸਾਡੇ ਕੋਲ ਪਛਤਾਵਾ ਰਹਿ ਜਾਂਦਾ। ਉਹ ਪਛਤਾਵਾ ਪਾਪ ਜ਼ਰੂਰ ਹੋ ਸਕਦਾ ਹੈ। ਜਦੋਂ ਵਕਤ ਬੀਤ ਜਾਂਦਾ, ਵਕਤ ਲੰਘਿਆ ਕਦੇ ਵਾਪਸ ਨਹੀਂ ਆਇਆ। ਔਰ ਵਕਤ ਦੀ ਗੁਰਬਾਣੀ ਨੇ ਬੜੇ ਪ੍ਰਮਾਣ ਦਿੱਤੇ ਨੇ। ਗੁਰਬਾਣੀ ਨੇ ਜਗ੍ਹਾ ਜਗ੍ਹਾ ਪ੍ਰਮਾਣ ਦਿੱਤਾ, ਮਨੁੱਖ ਵਕਤ ਨੂੰ ਕਦੇ ਨਾ ਗਵਾ। ਵਕਤ ਬੜਾ ਅਮੋਲਕ ਹੈ, ਜੀਵਨ ਬੜਾ ਅਮੋਲਕ ਹੈ, ਇਸ ਵਸਤੂ ਨੂੰ ਕਦੇ ਨਾ ਗਵਾ। ਸਭ ਤੋਂ ਕੀਮਤੀ ਵਸਤੂ ਜਗਤ ਵਿੱਚ ਹੈ, ਉਹ ਪਰਮਾਤਮਾ ਕੀ ਦਿੱਤਾ ਹੈ ਤੁਹਾਨੂੰ? ਵਕਤ। ਵਕਤ ਸਮਰੱਥ ਹੈ, ਵਕਤ ਕਿਸੇ ਦੇ ਹੱਥ ਨਹੀਂ ਹੁੰਦਾ, ਵਕਤ ਕਿਸੇ ਦੇ ਹੱਥ ਵਿੱਚ ਨਹੀਂ ਹੈ, ਉਹ ਪਰਮਾਤਮਾ ਦੇ ਹੱਥ 'ਚ। ਮੈਂ ਆਪਣੀ ਗੱਲ 'ਤੇ ਆਵਾਂ। ਹੁਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਘੋੜੇ ਉਹ ਆਪਣੇ ਰੱਥ ਵਿੱਚ ਪਾਉਂਦੇ ਸੀ। ਔਰ ਸੰਗਤ ਜੀ, ਸਰੀਰ ਜਿਹੜਾ ਹੈ ਇਹ ਰੱਥ ਹੈ। ਔਰ ਜਿਹੜਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ ਸੰਗਤ ਜੀ, ਉਹ ਸਾਡੀ ਬੋਡੀ 'ਚ ਇੰਦਰੇ ਨੇ। ਔਰ ਜਿਹੜਾ ਲਗਾਮ ਹੈ ਘੋੜੇ ਦੀ, ਉਹ ਸਾਡਾ ਮਨ ਹੈ। ਵਿਕਾਰ ਆਏਗਾ, ਵਿਕਾਰ ਉਪਜਦਾ, ਮਨ 'ਤੇ ਅਸਰ ਕਰਦਾ, ਮਨ ਤੋਂ ਦਿਮਾਗ ਤੋਂ ਸਾਡੀ ਸਾਰੀ ਬੋਡੀ। ਇਸੇ ਪ੍ਰਕਾਰ 5 ਦਾ ਜਿਹੜਾ ਸਾਰ ਮੂਲ ਹੈ, ਉਹ ਸਾਡੀਆਂ ਇੰਦਰੀਆਂ, ਸਰੀਰ ਦੇ ਇੰਦਰੇ ਨੇ। ਸਰੀਰ ਰੱਥ ਹੈ, ਮਨ ਜਿਹੜਾ ਉਹ ਲਗਾਮ ਹੈ। ਸੰਗਤ ਜੀ, ਇਸੇ ਪ੍ਰਕਾਰ ਸਾਡੇ ਜਿਹੜੇ ਇੰਦਰੇ ਨੇ, ਉਹ ਮਨ ਦੇ ਘੋੜੇ 'ਤੇ ਸਵਾਰ ਹੋ ਕੇ ਸੈਰ ਕਰਦੇ ਨੇ। ਜੇਕਰ ਸਾਡਾ ਮਨ, ਲਗਾਮ ਬੰਦੇ ਦੇ ਆਪਣੇ ਹੱਥ ਹੈ ਕਿ ਮਨ ਨੂੰ ਕਿਵੇਂ ਰੋਕਣਾ ਹੈ। ਔਰ ਅਸੀਂ ਯਤਨ ਨਹੀਂ ਕਰਦੇ ਆਪਣੇ ਇੰਦਰਿਆਂ ਨੂੰ ਰੋਕਣ ਦਾ। ਸਾਡੇ ਇੰਦਰੇ ਆਜ਼ਾਦ ਨੇ। ਕਾਰਨ ਕੀ ਹੈ? ਇਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ। ਮੈਂ ਪਿਛਲੇ ਸੰਡੇ ਵੀ ਗੱਲ ਕੀਤੀ ਸੀ। ਲੋਕ ਕਹਿਣਗੇ, ਕਿਸੇ ਮਨੁੱਖ ਨੂੰ ਕਹੋ ਤੂੰ ਆਹ ਕੰਮ, ਆਹ ਕਰਮ ਨਾ ਕਰ, ਅਤੇ ਮਨੁੱਖ ਦਾ ਜਵਾਬ ਪਤਾ ਕੀ ਹੁੰਦਾ ਹੈ? ਅਸੀਂ ਬੜੀ ਜਲਦੀ ਕਰਦੇ ਹਾਂ। ਅਸੀਂ ਕਹਿ ਦਿੰਦੇ ਹਾਂ ਸਾਡੀ ਆਪਣੀ ਲਾਈਫ ਹੈ। ਕਿਸੇ ਮਨੁੱਖ ਨੂੰ, ਮੰਨ ਲਓ ਮੈਂ ਕਿਸੇ ਫਕੀਰ ਨੂੰ ਇੱਥੇ ਬੈਠੇ, ਮੈਂ ਉਹਨੂੰ ਕਹੂੰਗਾ ਕਿ ਪੁੱਤ ਇਹ ਕੰਮ ਠੀਕ ਨਹੀਂ ਹੈ, ਇਹ ਕਰਮ ਠੀਕ ਨਹੀਂ ਹੈ, ਇਹ ਰਸਤਾ ਠੀਕ ਨਹੀਂ ਹੈ, ਮਾਰਗ ਠੀਕ ਨਹੀਂ। ਔਰ ਤੁਸੀਂ ਆਪਣੇ ਬੱਚਿਆਂ ਨੂੰ ਕਹੋਗੇ
ਤੁਸੀਂ ਆਪਣੇ ਸੱਜਣਾ ਨੂੰ ਕਹੋਗੇ, ਤੁਸੀਂ ਆਪਣੀ ਵਾਈਫ ਨੂੰ ਕਹੋਗੇ, ਤੁਸੀਂ ਆਪਣੇ ਪਰਿਵਾਰ ਨੂੰ ਕਹੋਗੇ, ਜਾਂ ਪਤਨੀ ਤੁਹਾਨੂੰ ਕਹੇਗੀ, ਜਾਂ ਮਿੱਤਰ ਤੁਹਾਨੂੰ ਕਹੇਗਾ, ਤੁਹਾਡੇ ਮਾਤਾ ਪਿਤਾ ਤੁਹਾਨੂੰ ਕਹਿਣਗੇ ਕਿ ਮੈਨੂੰ ਲੱਗਦਾ ਤੂੰ ਠੀਕ ਨਹੀਂ ਹੈ, ਤੇਰਾ ਰਸਤਾ ਠੀਕ ਨਹੀਂ ਹੈ। ਔਰ ਲੋਕ ਬੜੀ ਜਲਦੀ ਕਰਦੇ ਨੇ, ਕਿਉਂਕਿ ਬੁੱਧੀ ਬੜੀ ਮੋਟੀ ਹੋ ਚੁੱਕੀ ਹੈ। ਲੋਕ ਝੱਟ ਕਹਿਣਗੇ ਸਾਡੀ ਪਰਸਨਲ ਲਾਈਫ ਹੈ, ਸਾਡੀ ਆਪਣੀ ਜ਼ਿੰਦਗੀ ਹੈ, ਅਸੀਂ ਸੁਤੰਤਰ ਹਾਂ, ਅਸੀਂ ਕੁਛ ਵੀ ਕਰ ਸਕਦੇ ਹਾਂ। ਹੁਣ ਤੁਸੀਂ ਗੁੱਸਾ ਨਾ ਕਰਿਓ, ਜਿਹੜੇ ਲੋਕ ਬੜੀ ਛੇਤੀ ਕਹਿ ਜਾਂਦੇ ਸਾਡੀ ਆਪਣੀ ਲਾਈਫ ਹੈ, ਮੰਨਿਆ ਤੁਹਾਡੀ ਆਪਣੀ ਆ, ਅਸੀਂ ਕਹਿ ਦਿੰਦੇ ਪਰਸਨਲ ਲਾਈਫ ਹੈ, ਮੰਨਿਆ ਤੁਹਾਡੀ ਪਰਸਨਲ ਹੈ। ਪਰ ਜਿਹੜੇ ਲੋਕ ਬੜੀ ਝੱਟ ਦੇਣੀ ਕਹਿ ਛੱਡਦੇ ਨੇ ਕਿ ਸਾਡੀ ਆਪਣੀ ਜ਼ਿੰਦਗੀ ਹੈ, ਕਿਹੜਾ ਰਾਹ ਚੁਣਨਾ, ਕਿਹੜਾ ਰਾਹ ਨਹੀਂ ਚੁਣਨਾ, ਉਹ ਲੋਕ ਪਰਮੇਸ਼ਵਰ ਦੀ ਨਿਗਾਹ 'ਚ ਮਹਾਮੂਰਖ ਨੇ, ਮਹਾਮੂਰਖ। ਕਿਉਂਕਿ ਜਿਸ ਬੰਦੇ ਨੂੰ ਇਹ ਨਹੀਂ ਪਤਾ ਕਿ ਪਰਸਨਲ ਲਾਈਫ ਹੁੰਦੀ ਕੀ ਹੈ, ਜ਼ਿੰਦਗੀ। ਤੁਹਾਨੂੰ ਮੈਂ ਇੱਥੇ ਕਿਸੇ ਨੇ ਪੁੱਛਿਆ ਕਿ ਤੁਸੀਂ ਤਾਂ ਇਹ ਦੱਸ ਦਿਓ ਕਿ ਲਾਈਫ ਕੀ ਹੁੰਦੀ ਹੈ। ਲਾਈਫ ਇਹ ਨਹੀਂ ਖਾਣਾ ਪੀਣਾ ਸੋਣਾ, ਭੋਗ ਲਿਆ ਸੋ ਲਿਆ ਅਤੇ ਲਾਈਫ ਹੈ। ਬਹੁਤ ਵੱਡਾ ਭਰਮ ਹੈ ਮਨੁੱਖ ਨੂੰ। ਸੰਗਤ ਜੀ, ਅਸੀਂ ਕਹਿ ਦਿੰਦੇ ਕਿ ਸਾਡੀ ਆਪਣੀ ਲਾਈਫ ਹੈ, ਸਾਡਾ ਆਪਣਾ ਰਸਤਾ, ਅਸੀਂ ਜਿੱਧਰ ਨੂੰ ਮਰਜ਼ੀ ਜਾਈਏ। ਪਰ ਇਹ ਮੂਰਖ ਲੋਕ ਯਾਦ ਰੱਖਣਾ, ਸੰਸਾਰ ਦੇ ਵਿੱਚ ਹਰ ਬੰਦੇ ਪਿੱਛੇ, ਚਾਹੇ ਉਹ ਕੋਈ ਰਸਤਾ ਚੁਣਦਾ, ਉਹਦੇ ਪਿੱਛੇ ਪਰਮਾਤਮਾ ਦੀ ਸ਼ਕਤੀ ਕੰਮ ਕਰਦੀ ਹੈ। ਰੱਬ ਜੋ ਸੰਸਾਰ ਤੁਸੀਂ ਦੇਖ ਰਹੇ ਨਾ, ਵਿਸ਼ਵ ਦੇਖੋ, ਉਹਦਾ ਇੰਨਾ ਸੰਸਾਰ ਦੇ ਵਿੱਚ ਛਾਇਆ ਹੈ ਰੱਬ ਦਾ ਕਿ ਜਿੰਨੀ ਵੀ ਦੁਨੀਆ ਸਾਰਿਆਂ ਨੂੰ ਕੰਮੇ ਕਾਰੇ ਲਾਇਆ। ਕਿਸੇ ਨੂੰ ਮਾੜੇ ਕੰਮਾਂ 'ਤੇ ਲਾਇਆ, ਕਿਸੇ ਨੂੰ ਚੰਗੇ ਕੰਮਾਂ 'ਤੇ ਲਾਇਆ, ਕਿਸੇ ਨੂੰ ਰੱਬੀ ਗੁਣਾਂ 'ਤੇ ਲਾਇਆ, ਕਿਸੇ ਨੂੰ ਦਾਨ 'ਤੇ ਲਾਇਆ, ਕਿਸੇ ਨੂੰ ਪੁੰਨ 'ਤੇ ਲਾਇਆ, ਕਿਸੇ ਨੂੰ ਸੇਵਾ 'ਤੇ ਲਾਇਆ, ਕਿਸੇ ਨੂੰ ਪ੍ਰੇਮਾ ਭਗਤੀ 'ਤੇ ਲਾਇਆ। ਸਾਰੇ ਜਗਤ ਨੂੰ ਪਰਮਾਤਮਾ ਨੇ ਕੰਮ ਦਿੱਤਾ, ਹਰ ਬੰਦਾ ਕੰਮ ਕਰ ਰਿਹਾ। ਪਰ ਤੁਸੀਂ ਕਿਵੇਂ ਕਹਿ ਸਕਦੇ ਹੋ ਸਾਡੀ ਪਰਸਨਲ ਲਾਈਫ ਹੈ? ਹਰ ਮਨੁੱਖ ਕਹਿੰਦਾ ਮੇਰੀ ਜ਼ਿੰਦਗੀ ਹੈ, ਪਰ ਹਰ ਬੰਦੇ ਨੂੰ ਕੰਮ ਦੇਣ ਵਾਲਾ ਕੌਣ ਹੈ? ਚਾਹੇ ਉਹਨੂੰ ਡਾਕੂ ਬਣਾਇਆ, ਚੋਰ ਬਣਾਇਆ, ਯਾਰ ਬਣਾਇਆ, ਫਕੀਰ ਬਣਾਇਆ, ਔਰ ਬਹੁਤ ਅਮੀਰ ਬਣਾਇਆ, ਗਰੀਬ ਬਣਾਇਆ, ਚਾਹੇ ਉਹਨੇ ਕੁਛ ਵੀ ਬਣਾਇਆ। ਸੰਸਾਰ ਸਾਰਾ ਦੇਖੋ, ਸਾਰੇ ਜਗਤ ਨੂੰ ਪਰਮਾਤਮਾ ਨੇ ਐਸਾ ਸ਼ਕਤੀ ਨੇ ਉਲਝਾਇਆ। ਹਰ ਬੰਦਾ ਕੋਈ ਨਾ ਕੋਈ ਨਿੱਕੇ ਤੋਂ ਲੈ ਕੇ ਛੂਈ ਤੋਂ ਲੈ ਕੇ ਵੱਡੇ ਤੱਕ ਕੰਮ ਕਰ ਰਿਹਾ। ਹਰ ਬੰਦਾ ਕਰਮ ਭੋਗ ਰਿਹਾ। ਔਰ ਸੰਗਤ ਜੀ, ਇਹਦਾ ਮਤਲਬ ਸਾਡੀ ਪਰਸਨਲ ਲਾਈਫ ਨਹੀਂ ਹੈ, ਸਾਡੇ ਪਿੱਛੇ ਕੁਛ ਨਾ ਕੁਛ ਕੰਮ ਕਰ ਰਿਹਾ। ਉਹ ਹੈ ਪਰਮਾਤਮਾ, ਉਹ ਹੈ ਸ਼ਕਤੀ। ਪਰਸਨਲ ਲਾਈਫ ਉਹਨੇ ਸਾਨੂੰ ਦਿੱਤੀ ਹੈ। ਭਾਈ, ਉਹਦਾ ਸ਼ੁਕਰਾਨਾ ਕਰਿਆ ਕਰੋ। ਸ਼ੁਕਰਾਨਾ ਵੀ ਇੱਕ ਤਪੱਸਿਆ, ਤਪੱਸਿਆ ਨਾਲੋਂ ਵੀ ਵੱਡਾ ਕਰਮ ਮੰਨਦਾ ਮੈਂ ਜਿਹੜਾ ਰੱਬ ਦਾ ਸ਼ੁਕਰਾਨਾ ਕਰਦੇ ਲੋਕ, ਉਹ ਜਪ ਤਪ ਤੋਂ ਵੀ ਸ਼੍ਰੇਸ਼ਟ ਹੈ। ਉਹ ਭਜਨ ਬੰਦਗੀ ਨਾਲੋਂ ਵੀ ਸ਼੍ਰੇਸ਼ਟ ਹੈ, ਜਿਹਨੇ ਦੋ ਹੱਥ ਜੋੜ ਕੇ ਆਪਣੇ ਪ੍ਰਭੂ ਦਾ ਸ਼ੁਕਰਾਨਾ ਕਰ ਦਿੱਤਾ ਹੈ। ਐ ਮਾਲਕ, ਤੂੰ ਮੈਨੂੰ ਮਨੁੱਖ ਬਣਾਇਆ, ਮੈਨੂੰ ਸਦ ਬੁੱਧੀ ਦੇ, ਮੈਨੂੰ ਨੇਕ ਕਰਮ ਕਰਨ ਦੀ ਆਗਿਆ ਬਖਸ਼, ਮੈਨੂੰ ਆਪਣੇ ਪਰਮਾਰਥ ਦੇ ਰਸਤੇ 'ਤੇ ਲਾ, ਔਰ ਮੇਰੇ ਮਨ ਭੜਕਦੇ ਮਨ ਨੂੰ ਰੋਕ। ਐ ਪਰਮਾਤਮਾ, ਮੈਂ ਆਪਣੇ ਇੰਦਰੀਆਂ 'ਤੇ, ਆਪਣੇ ਮਤ 'ਤੇ, ਆਪਣੇ ਮਨ 'ਤੇ ਕੰਟਰੋਲ ਕਰ ਸਕਾਂ। ਮੈਨੂੰ ਆਪਣੇ ਚਰਨਾਂ ਦੀ ਪ੍ਰੀਤ ਦੇ। ਪ੍ਰੀਤ ਉਹ ਹੈ ਪਰਸਨਲ ਲਾਈਫ। ਇਹ ਕੋਈ ਲਾਈਫ ਹੈ ਕਿ ਖਾ ਲਿਆ ਪੀ ਲਿਆ ਸੋ ਲਿਆ ਭੋਗ ਲਿਆ? ਜੈਸੀ ਬੰਦੇ ਦੀ ਬਿਰਤੀ ਹੋਵੇਗੀ ਉਹਨੂੰ ਜਨਮ ਵੀ ਉਸਾ ਮਿਲੇਗਾ। ਜਿਹੜਾ ਬੰਦਾ ਕਰਮ ਪਸ਼ੂਆਂ ਵਾਲੇ ਕਰ ਰਿਹਾ, ਸੱਚ ਕਰਕੇ ਜਾਣੇ ਅੱਗੇ ਜਾ ਕੇ ਪਸ਼ੂ ਹੀ ਬਣੇਗਾ। ਉਹ ਜਿਹਨੇ ਮਨੁੱਖਾਂ ਵਾਲੇ ਕਰਮ ਕੀਤੇ ਨੇ, ਉਹਨੇ ਅੱਗੇ ਜਾ ਕੇ ਮਨੁੱਖ ਹੀ ਬਣਨਾ, ਉਹ ਮਨੁੱਖ ਹੀ ਬਣੇਗਾ। ਹੁਣ ਐਸੇ ਪੁਰਖ ਵੀ ਨੇ, ਜੋਗੀ ਨੇ, ਯੋਗ ਮਤ ਅਨੁਸਾਰ ਉਹ ਇੰਨੀ ਤਪੱਸਿਆ ਕਰਦੇ, ਅਗਲਾ ਜਨਮ ਉਹਨਾਂ ਦੇ ਆਪਣੇ ਹੱਥ ਵੱਸ ਹੁੰਦਾ ਵੀ ਕਿਵੇਂ ਦੇ ਸਰੀਰ 'ਚ ਲੈਣਾ। ਜਾਣੀ ਕਿ ਸੱਤ ਪੁਰਖਾਂ ਦਾ ਆਪਣੇ ਹੱਥ 'ਚ ਹੈ ਕਿ ਅਗਲਾ ਜਨਮ ਕਿਸ ਪ੍ਰਕਾਰ ਲੈਣਾ, ਸਰੀਰ ਨੂੰ ਮੁਕਤ ਕਿਵੇਂ ਕਰਨਾ, ਸਰੀਰ ਤੋਂ ਸਵਾਸ ਕਦੋਂ ਛੱਡਣਾ। ਉਹ ਬ੍ਰਹਮ ਗਿਆਨੀਆਂ ਦੇ, ਸੱਤ ਪੁਰਖਾਂ ਦੇ ਪਰਮਾਤਮਾ ਨੇ ਆਪਣੇ ਹੱਥ ਦਿੱਤਾ ਕਿ ਮੇਰੀ ਬਾਂਦੀ ਭਗਤ ਛੁਡਾਵੇ, ਬਾਂਦੇ ਭਗਤ ਨੇ ਛੁੱਟੇ ਮਾਂ। ਪਰ ਮੈਂ ਹੈਰਾਨ ਹੁੰਦਾ, ਲੋਕ ਪ੍ਰਸ਼ਾਦਾ ਛਕ ਕੇ ਭੁੱਲ ਜਾਂਦੇ ਆ। ਦੇਖੋ ਬੁੱਧੀ 'ਤੇ ਗੱਲ ਆਈ ਨਾ, ਸਾਡੀ ਬੁੱਧੀ ਪਕੜ ਕਿੰਨੀ ਕਰਦੀ ਇੰਨੀ। ਹੁਣ ਜਗਤ ਦੇਖੋ ਕਿੰਨਾ ਵੱਡਾ ਜਗਤ ਹੈ, ਵਿਸ਼ਵ ਹੈ, ਕਿੰਨੀ ਆਬਾਦੀ, ਹਰ ਬੰਦੇ ਨੂੰ ਕੰਮ ਦਿੱਤਾ ਰੱਬ ਨੇ। ਪਰ
ਭੋਜਨ ਛਕ ਕੇ ਹਰ ਬੰਦਾ ਵਿਸਾਰ ਦਿੰਦਾ ਵੀ ਕੀ ਸੁਣਿਆ ਸੀ, ਕੀ ਪੜ੍ਹਿਆ ਸੀ, ਉਹ ਸਾਰਾ ਉੱਥੇ ਹੀ ਦਾਣਾ ਪਾਣੀ ਛੱਡ ਦਿੰਦੇ ਆ। ਹਮੇਸ਼ਾ ਆਪਣੀ ਪਕੜ 'ਚ ਲਿਆਓ। ਪਕੜ 'ਚ ਉਹੀ ਲਿਆ ਸਕਦਾ ਜਿਹਦੀ ਬੁੱਧੀ ਬੜੀ ਬਾਰੀਕ ਹੈ, ਜਿਹਦਾ ਮਨ ਬੜਾ ਕੋਮਲ ਹੈ। 5 ਘੋੜੇ ਸਾਡੇ ਅੰਦਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅਰਜੁਨ ਜਦੋਂ ਡੋਲ ਗਏ, ਸ਼ਸਤਰ ਛੁੱਟ ਦਿੱਤਾ। ਭਗਵਾਨ ਕਹਿੰਦੇ ਸ਼ਸਤਰ ਛੋੜ ਦਿੱਤਾ ਹੈ? ਕਹਿੰਦੇ ਮਹਾਰਾਜ ਤੁਸੀਂ ਮੇਰੇ ਪਰਮ ਮਿੱਤਰ ਹੋ, ਮੇਰੇ ਪ੍ਰਭੂ ਹੋ, ਮੇਰੇ ਗੁਰਦੇਵ ਹੋ, ਮੇਰੇ ਯਾਰ ਵੀ ਹੋ, ਪਰ ਮੈਂ ਜਿਨ੍ਹਾਂ ਨਾਲ ਜੰਗ ਕਰ ਰਿਹਾ ਉਹ ਵੀ ਬੇਗਾਨੇ ਨੇ, ਉਹ ਵੀ ਮੇਰੇ ਭਰਾ ਨੇ, ਔਰ ਮੈਂ ਆਪਣੇ ਭਰਾਵਾਂ ਦਾ ਕਤਲ ਕਰੂੰਗਾ, ਮੇਰੇ ਤੋਂ ਐਸਾ ਨਹੀਂ ਹੋ ਸਕਦਾ। ਮਾਰੇ ਕਹਿੰਦੇ ਕੌਣ ਭਰਾ? ਕ੍ਰਿਸ਼ਨ ਭਗਵਾਨ ਕਹਿੰਦੇ ਕੌਣ ਸੰਸਾਰ? ਸਰੀਰ ਜ਼ਰੂਰ ਮਰਦਾ, ਅਰਜੁਨ ਯਾਦ ਰੱਖੀ ਆਤਮਾ ਕਦੇ ਨਹੀਂ ਮਰਦੀ। ਜਿੱਦਾਂ ਕਿ ਆਪਾਂ ਕੱਪੜੇ ਬਦਲਦੇ ਨਾ ਰੋਜ਼, ਔਰ ਸਰਦੀਆਂ ਵਾਲੇ, ਗਰਮੀਆਂ ਵਾਲੇ ਵਸਤਰ, ਉਹ ਕਹਿੰਦੇ ਵੀ ਵਸਤਰ ਬਦਲਣਾ, ਜਿੰਨੀ ਦੇਰ ਵਸਤਰ ਬਦਲਣ ਨੂੰ ਲੱਗਦੀ ਹੈ ਨਾ, ਆਤਮਾ ਨੂੰ ਇੰਨਾ ਟਾਈਮ ਨਹੀਂ ਲੱਗਦਾ ਕਿ ਆਤਮਾ ਦੂਜਾ ਸਰੀਰ ਬਦਲ ਲੈਂਦੀ ਹੈ। ਜਿਹੜੇ ਚੰਗੇ ਨੇ, ਮਾੜਿਆਂ ਨੂੰ ਬਹੁਤ ਟਾਈਮ ਲੱਗਦਾ ਜੀ। ਮਾੜਿਆਂ ਵਾਸਤੇ ਰੱਬ ਨੇ ਇੱਕ ਵੱਖਰਾ ਹੀ ਡਿਪਾਰਟਮੈਂਟ ਬਣਾਇਆ, ਉੱਥੇ ਕਈ ਸਾਲ ਬਹਿਣਾ ਪੈਂਦਾ, ਫਿਰ ਜਾ ਕੇ ਵਾਰੀ ਆਉਂਦੀ ਆ ਜਾ ਵੀ ਤੈਨੂੰ ਅਗਲਾ ਜਨਮ ਦੇਣਾ। ਉਹ ਜਿਹੜਾ ਤਪਸਵੀ ਹੈ, ਜਿਹੜਾ ਰਹਿੰਗਿਆ ਰਤਿਆ, ਉਹਨੂੰ ਜਿੰਨਾ ਕੁ ਟਾਈਮ ਤੁਸੀਂ ਕੱਪੜੇ ਬਦਲ ਲੱਗੇ ਲਾਉਂਦੇ ਹੋ, ਉਹਨੂੰ ਕਈ ਵਾਰ ਓਨਾ ਘੱਟ ਟਾਈਮ ਲੱਗਦਾ ਕਿ ਇਸ ਮਨੁੱਖ ਨੂੰ ਇਸ ਜਨਮ ਧਾਰਨ ਕਰਨਾ ਪਵੇਗਾ ਕਿ ਦੁਨੀਆ ਦਾ ਭਲਾ ਕਰ ਸਕੇ। ਕਈ ਐਸੀਆਂ ਤੁਸੀਂ ਦੇਖਿਆ, ਕਈ ਲੋਕਾਂ ਦੇ ਘਰ ਬੱਚੇ ਬਹੁਤ ਦੇਰ ਨਾਲ ਜਨਮ ਲੈਂਦੇ ਨੇ। ਜਿਸ ਘਰ ਜਿਹੜਾ ਬੱਚਾ ਬਹੁਤ ਲੇਟ ਜਨਮ ਲੈਂਦਾ ਨਾ, ਔਰ ਮੈਂ ਯਕੀਨ ਨਾਲ ਕਹਿੰਦਾ ਉਹ ਬੱਚਾ ਆਉਣ ਵਾਲੇ ਟਾਈਮ 'ਚ ਬੜਾ ਮਹਾਨ ਬਣਦਾ। ਉਹ ਜਿਹੜੇ ਬੱਚੇ ਜਲਦੀ ਸੰਸਾਰ ਜਨਮ ਲੈਂਦੇ ਨੇ, ਉਹ ਹਮੇਸ਼ਾ ਸੰਸਾਰ ਸਫਲਤਾ ਘੱਟ ਪ੍ਰਾਪਤ ਕਰਦੇ ਨੇ। ਜਿਹੜੇ ਘਰ, ਜਿਹੜੇ ਗ੍ਰਹਿ ਬੱਚਾ ਲੇਟ ਜਨਮ ਲੈਂਦਾ ਹੈ, ਉਹਦਾ ਕਾਰਨ ਇਹ ਹੁੰਦਾ ਕਿ ਉਹ ਪਰਮਾਤਮਾ ਨੇ ਉਹ ਭਾਂਡਾ, ਉਹ ਘਰ, ਉਹ ਮਾਂ ਬਾਪ ਦੇਖ ਕੇ ਉਸ ਬੱਚੇ ਨੂੰ ਪੈਦਾ ਕੀਤਾ ਹੁੰਦਾ ਹੈ ਕਿ ਆਉਣ ਵਾਲੇ ਸਮੇਂ 'ਚ ਕੁਛ ਬਣ ਸਕੇ, ਰੱਬ ਨਾਲ ਜੁੜ ਸਕੇ, ਕੁਛ ਵੀ ਹੋ ਸਕਦਾ ਹੈ। ਇਹ ਗੁਰਦੇਵ ਦੀ ਕਿਰਪਾ ਹੈ। ਸੰਗਤ ਜੀ, ਧਰਮ ਗ੍ਰੰਥ ਕੋਈ ਵੀ ਨਹੀਂ ਮਾੜਾ, ਪੜ੍ਹੋ, ਗਿਆਨ ਲਓ। ਗੁਰੂ ਗ੍ਰੰਥ ਸਾਹਿਬ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਕੁਛ ਹੈ। ਇੱਥੇ ਵੀ ਜਿਹੜੀ ਗੱਲ ਗੀਤਾ ਵਿੱਚ ਹੈ ਕਿ ਇੱਕ ਭਗਤ ਦੀ ਗੱਲ ਹੈ, ਦੂਜਾ ਮਨੁੱਖਤਾ ਦੀ ਗੱਲ ਹੈ। ਗੁਰੂ ਗ੍ਰੰਥ ਸਾਹਿਬ 'ਚ ਪਰਮਾਤਮਾ ਦੇ ਮਿਲਾਪ ਦੀ ਅਤੇ ਮਨੁੱਖ ਦੀ ਗੱਲ ਹੈ, ਚੌਥੇ ਪਦ ਦੀ ਗੱਲ ਹੈ। ਤੁਹਾਨੂੰ ਫਰਕ ਨਜ਼ਰ ਆਇਆ? ਨਹੀਂ ਆਏਗਾ। ਗੁਰੂ ਗ੍ਰੰਥ ਸਾਹਿਬ ਜੀ ਬਾਣੀ, ਇਹ ਵੀ ਤੁਰਕੀ ਇਲਾਹੀ ਬਾਣੀ ਹੈ। ਇਹ ਵੀ ਬਾਣੀ ਸਾਨੂੰ ਪਰਮਾਤਮਾ ਤੱਕ ਪਹੁੰਚਾਉਂਦੀ ਹੈ ਔਰ ਮਨੁੱਖਤਾ ਦਾ ਦੱਸਦੀ ਹੈ। ਇਸ ਕਰਕੇ ਸੰਗਤ ਜੀ, ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਵਿਕਾਰਾਂ ਨੂੰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਕੰਟਰੋਲ 'ਚ ਰੱਖੋ। ਵਾਚਨਾਵਾਂ ਦਾ ਤਿਆਗ ਕਰਕੇ ਸੱਚੇ ਸੁੱਚੇ ਭਗਤ ਬਣਨ ਦਾ ਯਤਨ ਕਰੋ। ਸਵਾਰਥ ਨੂੰ ਇੱਕ ਸਾਈਡ 'ਤੇ ਰੱਖ ਕੇ ਪਰਮਾਰਥ ਬਣਨ ਦਾ ਯਤਨ ਕਰੋ। ਪ੍ਰੇਮ ਨੂੰ ਆਪਣੇ ਅੰਦਰ, ਪ੍ਰੇਮ ਭਗਤੀ ਨੂੰ ਜਗਾਓ। ਜਦੋਂ ਪ੍ਰੇਮ ਭਗਤੀ ਜਾਗੇਗੀ ਤੇ ਸਾਰਿਆਂ ਦੇ ਵਿੱਚ ਪਰਮਾਤਮਾ ਹੀ ਨਜ਼ਰ ਆਏਗਾ। ਜਦ ਤੱਕ ਪ੍ਰੇਮ ਨਹੀਂ ਜਾਗਦਾ, ਪ੍ਰੇਮ ਦੀ ਤਰੰਗ ਨਹੀਂ ਜਾਗਦੀ, ਕਦੇ ਵੀ ਕੁਝ ਪ੍ਰਾਪਤ ਨਹੀਂ ਹੋ ਸਕਦਾ। ਉਹ ਤੁਸੀਂ ਹੈਰਾਨ ਹੋਵੋਗੇ, ਸਮੁੰਦਰ ਦੀਆਂ ਲਹਿਰਾਂ ਅਤੇ ਸਮੁੰਦਰ ਦੀ ਬੂੰਦ, ਚਾਹੇ ਸਾਗਰ ਕਿੱਡਾ ਵੱਡਾ, ਉਹਦੀ ਇੱਕ ਵੀ ਬੂੰਦ ਕਿਤੇ ਵੀ ਡਿੱਗੇ, ਪਰ ਉਹ ਪਾਣੀ, ਉਹ ਬੂੰਦ ਖਾਰੇ ਦੀ ਖਾਰੀ ਹੁੰਦੀ ਹੈ। ਉਹ ਦੂਸਰਾ, ਇਸੇ ਪ੍ਰਕਾਰ ਇਹ ਜਿਹੜਾ ਜਗਤ ਹੈ, ਆਪਾਂ ਤੁਸੀਂ ਸਾਰੇ ਹੈ, ਇਹ ਪਰਮਾਤਮਾ ਦੀ ਅੰਸ਼ ਹੈ। ਰੱਬ ਤੁਹਾਡੇ ਅੰਦਰ ਬੈਠਾ ਹੈ। ਸੱਚ ਬੋਲਣ ਦੀ ਆਦਤ ਪਾਓ, ਸੱਚ ਸੁਣਨ ਦੀ ਆਦਤ ਪਾਓ। ਪਰਮਾਤਮਾ ਤੁਹਾਡੀ ਬੋਡੀ ਦੇ ਵਿੱਚ ਹੀ, ਰੱਬ ਕੋਈ ਵੱਖ ਨਹੀਂ ਹੈ। ਸੰਗਤ ਜੀ, ਸਿਆਣਿਆਂ ਦੇ ਤੁਹਾਡੇ ਵੇਖਣ ਵਾਲੀ ਅੱਖ ਨਹੀਂ ਹੈ। ਪਰਮਾਤਮਾ, ਅਸੀਂ ਪਰਮਾਤਮਾ ਤੋਂ ਵਿਛੜੇ। ਇੱਕ ਸਾਗਰ ਤੋਂ ਬੂੰਦ ਅਲੱਗ ਹੁੰਦੀ ਹੈ, ਪਰ ਉਹ ਸਾਗਰ ਦਾ ਵਜੂਦ ਨਹੀਂ ਗਵਾਉਂਦੀ। ਇੱਕ ਮਨੁੱਖ ਪਰਮਾਤਮਾ ਤੋਂ ਪੈਦਾ ਹੋਇਆ ਹੈ। ਇਹ ਰਾਮ ਦੀ, ਪਰਮੇਸ਼ਵਰ ਦੀ ਅੰਸ਼ ਹੈ। ਇਸ ਕਰਕੇ ਕਦੇ ਵੀ
ਆਪਣੇ ਇਸ਼ਟ ਨੂੰ, ਆਪਣੇ ਗੁਰਦੇਵ ਨੂੰ ਆਪਣੇ ਤੋਂ ਦੂਰ ਨਾ ਜਾਣੋ। ਉਹ ਵਾਹਿਗੁਰੂ, ਉਹ ਨਿਰੰਕਾਰ ਔਰ ਅਕਾਲ ਪੁਰਖ ਸਾਡੇ ਅੰਦਰ ਹੀ ਰਮਿਆ ਪਿਆ। ਬਾਰਨਾਥ ਹੱਥ ਮਾਰਦੇ ਫਿਰੋ, ਨਹੀਂ ਹੈ। ਬਾਹਰ ਜੋ ਕੁਛ ਹੈ ਇਹਨੂੰ ਦੁੱਗਣਾ ਸਾਡੇ ਅੰਦਰ ਹੈ। ਜਿਸ ਹੀਰੇ ਦੀ ਭਾਲ ਤੁਸੀਂ ਬਾਹਰ ਕਰੋਗੇ ਤੇ ਸੰਗਤ ਜੀ ਉਹ ਹੀਰਾ ਮੋਤੀ ਵੀ ਸਾਡੇ ਅੰਦਰ ਹੈ। ਸੰਸਾਰ ਵਿੱਚ ਕੁਛ ਨਹੀਂ, ਅਮੀਰ ਬਣਨਾ, ਪ੍ਰੇਮ ਭਗਤੀ ਕਰਕੇ ਦੇਖੋ ਪਰਮਾਤਮਾ ਸਾਨੂੰ ਨੀਚੋਂ ਐਡਾ ਉੱਚਾ ਕਰ ਦੇਵੇਗਾ, ਕਦੇ ਅਸੀਂ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ। ਇੰਨੀ ਉਸ ਨਾਮ ਉਹਦੇ ਪਰਮੇਸ਼ਵਰ ਦੇ ਸਿਮਰਨ ਦੇ ਵਿੱਚ ਸ਼ਕਤੀ ਹੈ। ਕ੍ਰਿਸ਼ਨ ਭਗਤ ਜ਼ਿਆਦਾ ਇਹੀ ਜਪਦੇ ਨੇ, ਸ਼੍ਰੀ ਕ੍ਰਿਸ਼ਨ ਸ਼ਰਨਮ। ਜਿਹੜੇ ਕ੍ਰਿਸ਼ਨ ਦਾ ਜਾਪ ਕਰਦੇ ਹੈ ਉਹ ਕ੍ਰਿਸ਼ਨ ਭਗਵਾਨ ਉਸ ਮਦ ਭਾਗਵਤ ਗੀਤਾ ਦੇ ਵਿੱਚ ਫਰਮਾਨ ਕਰਦੇ ਹੈ, ਜਿਹੜੇ ਮੇਰੇ ਭਗਤ ਹੋਣਗੇ, ਜਿਹੜੇ ਮੈਨੂੰ ਪਿਆਰ ਕਰਦੇ ਹੋਣਗੇ, ਉਹ ਜਿੰਨਾ ਉਹ ਪ੍ਰੇਮ ਰਾਸ 'ਚ ਡੁੱਬਣਗੇ, ਸ਼੍ਰੀ ਕ੍ਰਿਸ਼ਨ ਸ਼ਰਨਮ ਮਮ, ਜਿਨ੍ਹਾਂ ਨੇ ਇਸ ਜਾਪ ਦਾ ਅਭਿਆਸ ਕੀਤਾ ਕਹਿੰਦੇ ਉਹ ਮੇਰੇ ਤੱਕ ਜ਼ਰੂਰ ਪਹੁੰਚਣਗੇ। ਇਹ ਕ੍ਰਿਸ਼ਨ ਮੈਨੂੰ ਆਪਣੀ ਸ਼ਰਨ 'ਚ ਰੱਖ।